पंचायती ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਕਰਨ ਦੇ ਇਲਜ਼ਾਮਾਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਪਿੰਡ ਦੀ ਪੰਚਾਇਤ ਤੋਂ ਲੈ ਕੇ ਗੁਰਦੁਆਰਾ ਕਮੇਟੀ ਸਣੇ ਠੇਕੇ ਉੱਪਰ ਜ਼ਮੀਨ ਲੈਣ ਵਾਲੇ ਵਿਅਕਤੀ ਨੇ ਵੀ ਸਫਾਈ ਦਿੱਤੀ ਹੈ। ਨਤੀਜਾ ਯੂਨੀਵਰਸਿਟੀ ਨੇ ਸਾਫ਼ ਕੀਤਾ ਹੈ ਕਿ ਉਹਨਾਂ ਦਾ ਜ਼ਮੀਨ ਨਾਲ ਕੋਈ ਲੈਣਾ ਦੇਣਾ ਨਹੀਂ। पंजाब सरकार दे पंचायती विभाग दी इन्हां चिट्ठियां बाद पार्टी दे राज सभा मैंबर अशोक मित्तल सवालां च ने। आम आदमी पार्टी दे राज सभा मैंबर दी लवली प्रोफैशनल यूनीवर्सिटी हुण पंचायती जमीन ते कब्जा करन दे मामले दे विच जांच दे घेरे च है। अजिहे च हुण लवली यूनीवर्सिटी ने भी स्पष्टीकरण दिता है कि यूनीवर्सिटी दा नाम गलत ते बिना वजह किसी जांच दे विच घड़ीसिया गया है। यूनीवर्सिटी मुताबिक जिहड़ी जमीन दी गल हो रही है इस जमीन ते LPU दा कदे भी कब्जा नहीं सी। ਇਹ ਜ਼ਮੀਨ 1933 ਤੋਂ ਸਿੰਘ ਸਭਾ ਗੁਰਦੁਆਰਾ ਹਰਦਾਸਪੁਰ ਦੀ ਹੈ ਅਤੇ ਗੁਰਦੁਆਰਾ ਸਾਹਿਬ ਦੀ ਹੀ ਜ਼ਮੀਨ ਤੇ ਕਬਜ਼ਾ ਹੈ। यूनिवर्सिटी ने अपने स्पष्टीकरण दे नाल ग्राम पंचायत पिंड हरदासपुर तहसील फगवाड़ा जिला कपूरथला दा एक लैटर भेजा है। ये चिट्ठी पिंड हरदासपुर दी पंचायत ने 9 मई 2022 नूं BDPO नूं लिखी सी। इस लैटर दे विच कहा गया है कि हरदासपुर दी ग्राम पंचायत दा इस जमीन दे नाल कोई लेना देना नहीं है। सन 1933 ਵਿੱਚ ਕੋਈ ਜ਼ਮੀਨ ਕਿਸੇ ਨੇ ਗੁਰਦੁਆਰਾ ਨੂੰ ਦਾਨ ਦਿੱਤੀ ਹੋਈ ਸੀ। ਉਹ ਗੁਰਦੁਆਰਾ ਦੇ ਨਾਂ ਤੋਂ 1933 ਵਿੱਚ ਗੁਰਦੁਆਰਾ ਦੇ ਨਾਮ ਤੇ ਹੈ। ਇਹਦੇ ਵਿੱਚ ਪੰਚਾਇਤ ਦਾ ਕੋਈ ਦਖਲਅੰਦਾਜ਼ੀ ਨਹੀਂ, ਨਾ ਹੀ ਪਿਛਲੀ ਪੰਚਾਇਤ ਕੋਈ ਵੀ ਪੰਚਾਇਤ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਸੀ ਕਰਦੀ। ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਉਹਨੂੰ ਹਾਲੇ ਤੇ ਦਿੰਦੀ ਹੈ। ਉਹਦਾ ਹਾਲਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਆ, ਉਹਦਾ ਹਾਲਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ ਜੀ। ਤੇ ਉਹਦੇ ਵਿੱਚ ਪੰਚਾਇਤ ਦਾ ਕੋਈ ਵਿੱਚ ਦਖਲਅੰਦਾਜ਼ੀ ਨਹੀਂ ਹੈ ਕਿ ਨਾ ਹੀ ਪੰਚਾਇਤ ਨੇ ਕਦੀ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਆ। सर जी जमीन है यानी कि हुण जिहड़ी कि गुरुद्वारे दे नाम ही है। हाँ जी, गुरु 1933 में गुरुद्वारा के नाम से इंतकाल होया जी। सर जिहड़ी हुण जमीन है कि खेती करने वास्ते दित्ती जांदी है? हाँ जी सर, खेती करने वास्ते दित्ती हुई है जी। सर कितने पार्ट हैगे आ खेती? ਇਹਦੇ ਦੋ ਪਾਰਟ ਆ ਜੀ। ਕੀ ਕਿੰਨੇ ਇੱਕ ਹੈਗਾ 54 ਕਨਾਲ ਕੁਛ ਮੰਨ ਲਿਆ ਹੈਗਾ ਜੀ ਪਿੰਡ ਵਿੱਚ, ਉਹਦੇ ਉੱਤੇ ਸਰਕਾਰੀ ਸਕੂਲ ਵੀ ਬਣਿਆ ਹੋਇਆ। ਤੇ ਇੱਕ ਹੈਗਾ 6 ਕਨਾਲ 19 ਮਾਲੇ, ਉਹ ਲਵਲੀ ਦੇ ਵਿੱਚ ਆਉਂਦੀ ਹੈਗੀ ਆ। ਉਹ ਸਾਡੇ ਪਿੰਡ ਦੇ ਇੱਕ ਰਵਿੰਦਰ ਸਿੰਘ ਜੀ, ਉਹ 26,000 ਠੇਕੇ ਤੇ ਉਹਨੇ ਲਈ ਹੋਈ ਹੈ। ਅੱਛਾ ਜੀ। ਹਾਂਜੀ। ਤੇ ਜਿਹੜਾ ਜ਼ਮੀਨ ਜਿਹੜੀ ਲਵਲੀ ਦੇ ਅੰਦਰ ਆ, ਹਾਂਜੀ, ਉਹਨੂੰ ਵਾਹੁਣ ਵਾਸਤੇ ਕੀ ਪ੍ਰੋਸੈਸ ਕੀ ਹੈ, ਕਿੱਦਾਂ ਜਾਂਦੇ ਹੋ? ਉਹਨੂੰ ਸਰਕਾਰੀ ਰਸਤਾ ਲੱਗਾ ਹੋਇਆ ਜੀ, ਉਹ ਸਰਕਾਰੀ ਰਸਤੇ ਤਾਂ ਹੀ ਰਾਹੀਂ ਜਾਂਦੇ ਆ ਜੀ। ਤੇ ਸਰ ਲਵਲੀ ਦਾ ਕੋਈ ਲੈਣਾ ਦੇਣਾ ਨਹੀਂ? ਨਹੀਂ, ਲਵਲੀ ਦਾ ਕੋਈ ਲੈਣ ਦੇਣ ਨਹੀਂ ਹੈਗਾ। ਲਵਲੀ ਨਾਲ ਇਹ ਜ਼ਮੀਨ ਦਾ ਕੋਈ ਲੈਣ ਦੇਣ ਨਹੀਂ ਹੈਗਾ। ਠੀਕ ਹੈ। ਨਾ ਹੀ ਪੰਚਾਇਤ ਦਾ ਕੋਈ ਲੈਣ ਦੇਣ? ਨਾ ਹੀ ਕੋਈ ਪੰਚਾਇਤ ਦਾ ਲੈਣ ਦੇਣਾ ਜੀ। ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹੈ ਜੀ। ਤੇ ਸਰ ਕਾਗਜ਼ਾਂ ਤੇ ਇਸ ਸਮੇਂ ਜ਼ਮੀਨ ਕਿਹਦੇ ਨਾਮ ਬੋਲਦੀ ਹੈ? ਇਹ ਜਿਹੜਾ ਇੰਤਕਾਲ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਬੋਲਦਾ ਜੀ। यूनिवर्सिटी ने अपने स्पष्टीकरण दे नाल गुरुद्वारा प्रबंधक कमेटी पिंड हरदासपुर तहसील फगवाड़ा जिला कपूरथला दा लैटर भेजा है। गुरुद्वारा कमेटी मुताबिक 6 कनाल 19 मरले इह जमीन गुरु घर दी है अते गुरुद्वारा कमेटी जमीन दी देखरेख करदी है। पिंड दी पंचायत अते यूनिवर्सिटी दा जमीन दे नाल कोई संबंध नहीं है। गुरुद्वारा साहब ने कहा कि जमीन रविंदर सिंह नूं वाही करन लई ठेके ते दित्ती गई है। 26,000 दी रसीद भी विखाई गई है। जमीन ठेके ते लैण वाले रविंदर सिंह ने कहा कि उसने ये जमीन गुरुद्वारा साहब तो वाही दे लई ठेके ते लई है। मैं तो गुरुद्वारा साहब को ठेके ते लेना जी, मामले का मतलब पता नहीं किए। मैं तो बोली ते लेना जी, 5 साल पहला बोली तो गई सी, दोबारा इस बार फिर ली है। 26,000 रुपया ठेका दिता जी, रसीद ली है। 1 साल बाद अगे नहीं दोगे मैं छड़ दूंगा। सर हर साल बोली होगी? नहीं जी, पहला 5 साल की थी, उसको पहले 3-3 साल करते थे जो तो पहले तो पुरानी चलती जाती है। अगर अज तो 5 साल पहला फिर ठेका बढ़ गया, उसको बार-बार डिस्कार बना करो 5 साल दे दो। 5 साल गई सी, ਹੁਣ ਇਹ ਕਹਿੰਦੇ ਜੀ ਅਸੀਂ 5 ਸਾਲ ਨਹੀਂ ਦੇਣੀ, 1 ਸਾਲ ਹੀ ਦੇਣੀ ਹੈ ਤੇ 1 ਸਾਲ ਨਹੀਂ।
ਕਿੰਨੀ ਜ਼ਮੀਨ ਹੈ ਤੁਹਾਡੇ ਕੋਲ? ਮੇਰੇ ਕੋਲ 6 ਨਾਲ 19 ਬਦਲੇ ਵਾਲੀ ਤੇ ਸਰ ਅੰਦਰ ਜਾਣ ਨੂੰ ਜਿਹੜਾ ਰਸਤਾ ਉਹ ਕਿੱਦਾਂ ਸਰਕਾਰੀ ਰਸਤਾ ਕਿ ਯੂਨੀਵਰਸਿਟੀ ਦੇ ਅੰਦਰ ਜਾਣਾ ਪੈਂਦਾ ਤੁਹਾਨੂੰ? ਸਰਕਾਰੀ ਰਸਤਾ ਹੈ ਜੀ। ਠੀਕ ਹੈ, ਤੇ ਉਹਨਾਂ ਵੱਲ ਕੋਈ ਰੋਕ ਟੋਕ ਤਾਂ ਨਹੀਂ ਹੁੰਦੀ ਯੂਨੀਵਰਸਿਟੀ ਵੱਲੋਂ? ਨਹੀਂ ਜੀ, ਕੋਈ ਰੋਕ ਨਹੀਂ ਹੁੰਦੀ। ਠੀਕ ਹੈ, ਤੇ ਪੰਚਾਇਤ ਦਾ ਕੋਈ ਲੈਣਾ ਦੇਣਾ ਨਹੀਂ ਜ਼ਮੀਨ ਨਾਲ? ਨਹੀਂ, ਪੰਚਾਇਤ ਦਾ ਕੋਈ ਲੈਣਾ ਦੇਣਾ। ਪਿਛਲੇ 50 60 70 ਸਾਲ ਤੋਂ ਉੱਧਰ ਹੀ ਹੈ, ਗੁਰਦੁਆਰਾ ਸਾਹਿਬ ਕੇ ਠੇਕੇ ਤੇ ਦਿੰਦੇ ਆ, ਪੈਸੇ ਦਿੰਦੇ ਆ। ਇਹ तमाम ਦਸਤਾਵੇਜ਼ ਵਿਖਾਉਣ ਤੋਂ ਬਾਅਦ ਯੂਨੀਵਰਸਿਟੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਬਹੁਤ ਅਜੀਬ ਹੈ ਕਿ ਜਦੋਂ ਪਿੰਡ ਦੀ ਪੰਚਾਇਤ ਖੁਦ BDPO ਨੂੰ ਮਈ 2022 ਨੂੰ ਚਿੱਠੀ ਰਾਹੀਂ ਸਪਸ਼ਟ ਕਰ ਚੁੱਕੀ ਹੈ ਕਿ ਜ਼ਮੀਨ 1933 ਤੋਂ ਗੁਰਦੁਆਰਾ ਸਿੰਘ ਸਭਾ ਹਰਦਾਸਪੁਰ ਦੀ ਹੈ ਤਾਂ ਗ੍ਰਾਮ ਪੰਚਾਇਤ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ, ਫਿਰ LPU ਦਾ ਨਾਮ ਕਿਉਂ ਘੜੀਸਿਆ ਗਿਆ ਹੈ? ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਇਹ ਸਪਸ਼ਟੀਕਰਨ ਇਸ ਲਈ ਦੇਣਾ ਪਿਆ ਕਿਉਂਕਿ 22 ਅਤੇ 28 ਜੁਲਾਈ ਦੇ ਦਸਤਾਵੇਜ਼ਾਂ ਅਨੁਸਾਰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੀ ਪ੍ਰਧਾਨਗੀ ਹੇਠ 3 ਜੂਨ ਨੂੰ ਹੋਈ ਮੀਟਿੰਗ ਦੌਰਾਨ ਇਹ ਮੁੱਦਾ ਸਾਹਮਣੇ ਆਇਆ ਸੀ। ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਨੂੰ LPU ਦੇ ਕਬਜ਼ੇ ਤੋਂ ਪੰਚਾਇਤੀ ਜ਼ਮੀਨ ਤੁਰੰਤ ਖਾਲੀ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ। ਇਹ ਮਾਮਲਾ ਇਸ ਲਈ ਗਰਮਾਇਆ ਕਿਉਂਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੇ। ਅਸ਼ੋਕ ਮਿੱਤਲ ਦਾ ਨਾਮ ਪੰਜਾਬ ਦੇ ਵੱਡੇ ਕਾਰੋਬਾਰੀਆਂ 'ਚ ਸ਼ਾਮਿਲ ਹੈ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਇਸ ਮੁੱਦੇ ਦੇ ਉੱਪਰ ਗਰਮਾਈ ਸਿਆਸਤ ਨੂੰ ਜਾਣਾਂਗੇ। ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਤੇ ਬੀਜੇਪੀ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੇ ਮਾਨ ਸਰਕਾਰ ਨੂੰ ਘੇਰਿਆ ਹੈ। ਸਰਕਾਰ ਨੇ ਵੀ ਕਿਹਾ ਕਿ ਸਭ ਤੋਂ ਨਜਾਇਜ਼ ਕਬਜ਼ੇ ਛੁਡਾਏ ਜਾਣਗੇ। ਅਜਿਹੇ ਦੇ ਵਿੱਚ ਯੂਨੀਵਰਸਿਟੀ ਨੇ ਸਾਫ਼ ਕੀਤਾ ਕਿ ਉਹਨਾਂ ਦਾ ਜ਼ਮੀਨ ਦੇ ਨਾਲ ਕੋਈ ਵੀ ਸਰੋਕਾਰ ਨਹੀਂ। ਪੁਲਾਤੋ ਵਿਧਾਇਕ ਅਤੇ ਕਾਂਗਰਸ ਦੇ ਲੀਡਰ ਸੁਖਪਾਲ ਖਹਿਰਾ ਜੋ ਚਿੱਠੀ ਦਿਖਾ ਰਹੇ ਨੇ, ਇਹ ਚਿੱਠੀਆਂ ਪੰਜਾਬ ਸਰਕਾਰ ਦੇ ਹੀ ਵਿਭਾਗ ਦੀਆਂ ਨੇ। ਸਾਫ਼-ਸਾਫ਼ ਲਿਖਿਆ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਧੀਨ ਆਉਂਦੀ ਪੰਚਾਇਤੀ ਜ਼ਮੀਨ ਛੁਡਵਾਉਣ ਦੀ ਕਾਰਵਾਈ ਸੰਬੰਧੀ ਖਹਿਰਾ ਚੁਣੌਤੀ ਦੇ ਰਹੇ ਨੇ ਕਿ ਸਰਕਾਰ ਹੁਣ ਆਪਣੇ ਰਾਜ सभा मेंबर ਦੇ ਅਦਾਰੇ ਤੋਂ ਵੀ ਜ਼ਮੀਨ ਛੁਡਵਾਏ। जो लोग बोलते हैं कि हम सबसे ईमानदार हैं देश में, उनके ही एक राज्यसभा के मेंबर अशोक मित्तल जो LPU के जो 2000 एकड़ से ज़्यादा यूनिवर्सिटी पंजाब में बनी हुई है, उनके पास सरकारी पंचायत की ज़मीन का आया है। पहले रूरल डेवलपमेंट डिपार्टमेंट पंजाब ने अपने DDPO को लिखा और DDPO ने लिखा कि यह ज़मीन को तुरंत जो है छुड़वाया जाए। अब देखना ये होगा कि क्या भगवंत मान अपनी हिम्मत रखते हैं और क्या अरविंद केजरीवाल इतनी हिम्मत रखते हैं कि अपने राज्यसभा के मेंबर से ये ज़मीन छुड़वा पाएंगे। अगर नहीं छुड़वाते तो ये समझा जाएगा कि ये सारा पॉलिटिकली मोटिवेटेड कैंपेन है। सिर्फ ऑपोजिशन के लीडर्स को टारगेट किया जा रहा है, उनको बदनाम किया जा रहा है, जबकि पंचायत की ज़मीन इनके राज्यसभा के मेंबर के खुद पास में है। ਅਜਿਹੀ ਚੁਣੌਤੀ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਦਿੱਤੀ ਹੈ। ਸਿਰਸਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਮੀਦ ਕਰਦੇ ਨੇ ਕਿ ਪੰਚਾਇਤੀ ਜ਼ਮੀਨ ਛੁਡਵਾਈ ਜਾਏਗੀ। ਆਮ ਆਦਮੀ ਪਾਰਟੀ ਰੋਜ਼ ਪੰਜਾਬ ਦੇ ਅੰਦਰ ਅਖਬਾਰਾਂ 'ਚ ਔਰ ਟੀਵੀਆਂ ਤੇ ਇਸ਼ਤਿਹਾਰ ਦੇ ਰਹੀ ਹੈ ਕਿ ਰਸੂਖਦਾਰ ਬੰਦਿਆਂ ਤੋਂ ਸਰਕਾਰ ਦੀ ਸਰਕਾਰੀ ਜ਼ਮੀਨ ਛੁਡਾਈ ਜਾ ਰਹੀ ਹੈ, ਜਦਕਿ ਸਭ ਤੋਂ ਜ਼ਿਆਦਾ ਜ਼ਮੀਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਵੱਲੋਂ ਨੱਪੀ ਆ, ਜਿਸ ਦੀ ਜਾਣਕਾਰੀ ਮੰਤਰੀ ਜੀ ਦੀ ਗਿਆਨ 'ਚ ਵੀ ਲਿਆਂਦੀ ਗਈ। ਧਾਲੀਵਾਲ ਸਾਹਿਬ ਦੇ ਮੀਟਿੰਗ 'ਚ ਵੀ 6 ਜੂਨ ਨੂੰ ਇਸ਼ੂ ਰੇਜ਼ ਹੋਇਆ, ਆਰਡਰ ਵੀ ਕੱਢੇ ਗਏ ਕਿ ਜ਼ਮੀਨ ਛਡਾਓ, ਲੇਕਿਨ ਕੋਈ ਵੀ ਸਰਕਾਰੀ ਅਫਸਰ ਉਹ ਜ਼ਮੀਨ ਛਡਾਉਣ ਨੂੰ ਤਿਆਰ ਨਹੀਂ। ਭਗਵੰਤ ਮਾਨ ਜੀ ਦੀ ਜਾਣਕਾਰੀ 'ਚ ਮੈਂ ਜ਼ਰੂਰ ਲਿਆਉਣਾ ਚਾਹੁੰਦਾ, ਮੁੱਖ ਮੰਤਰੀ ਸਾਹਿਬ ਇਹ ਤੁਹਾਡੇ ਵਾਸਤੇ ਟੈਸਟ ਕੇਸ ਆ। ਅੱਜ ਤੁਸੀਂ ਇਹ ਫੈਸਲਾ ਲੈਣਾ, ਰੋਜ਼ ਜਿਹੜੇ ਪ੍ਰੈਸ ਕਾਨਫਰੰਸਾਂ ਕਰਕੇ ਕਹਿ ਰਹੇ ਜੀ ਅਸੀਂ ਇੰਨੇ ਹਜ਼ਾਰ ਏਕੜ ਉਹਦੀ ਵੀ ਛਡਾਤੀ। ਅੱਜ ਤੁਹਾਡੀ ਰਾਜ ਸਭਾ ਦਾ ਮੈਂਬਰ ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਮਾਲਕ ਸਰਕਾਰ ਦੀ ਜ਼ਮੀਨ ਨੱਪ ਕੇ ਬੈਠਾ ਹੈ, ਪਰ ਤੁਹਾਡਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਪਿਆ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਸੰਗਿਆਨ 'ਚ ਲਿਆਉਣ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਤੁਸੀਂ ਪ੍ਰੈਸ ਕਾਨਫਰੰਸ ਜਾ ਕੇ ਲਵਲੀ ਯੂਨੀਵਰਸਿਟੀ ਦੇ ਬਾਹਰ ਕਰੋਗੇ ਔਰ ਲੋਕਾਂ ਨੂੰ ਦੱਸੋਗੇ ਕਿ ਤੁਸੀਂ ਕੋਈ ਭੇਦਭਾਵ 'ਚ ਕੰਮ ਨਹੀਂ ਕਰਦੇ। ਜੇਕਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਜ਼ਮੀਨ ਨੱਪੀ ਆ ਤਾਂ ਤੁਸੀਂ ਉਹ ਵੀ ਖਾਲੀ ਕਰਾ ਕੇ ਪ੍ਰੈਸ ਕਾਨਫਰੰਸ ਕਰਾਈ ਆ। ਇਹ ਅੱਜ ਤੁਹਾਡੇ ਵਾਸਤੇ ਟੈਸਟ ਕੇਸ ਹੋਊਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਰੋਜ਼ ਜੋ ਰੌਲਾ ਪਾਉਂਦੇ ਜੇ ਅੱਜ ਤੁਸੀਂ ਉੱਤੇ ਖਰਾ ਉਤਰੋਗੇ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਦੇ ਵਿੱਚ ਇਹ ਮਾਮਲਾ ਨਹੀਂ ਹੈ। ਹਾਲਾਂਕਿ ਭਰੋਸਾ ਦਿੱਤਾ ਹੈ ਕਿ ਸਭ ਤੋਂ ਸਰਕਾਰੀ ਜ਼ਮੀਨ ਛੁਡਵਾਈ ਜਾਏਗੀ, ਕੋਈ ਵੀ ਹੋਵੇ ਕਾਰਵਾਈ ਜ਼ਰੂਰ ਹੋਏਗੀ।
ਦੇਖੋ ਮੇਰੇ ਕੋਲੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਗੱਲ ਸਾਹਮਣੇ ਆਈ ਤੁਹਾਡੇ ਜਰੀਏ ਕੋਈ ਵੀ ਆ ਪੰਜਾਬ ਵਿੱਚ ਚਾਹੇ ਸਾਡਾ ਚਾਹੇ ਬਗਾਨਾ ਜਿਹਨੇ ਜ਼ਮੀਨ ਦੱਬੀ ਆ ਪੰਜਾਬ ਵਿੱਚ ਉਹ ਜ਼ਮੀਨ ਜੇ ਸਰਕਾਰੀ ਆ ਤਾਂ ਛੜਾਈ ਜਾਊਗੀ। ਹਾਲਾਂਕਿ ਇਸ ਸਭ ਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵੀ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਕਿਹਾ ਕਿ ਯੂਨੀਵਰਸਿਟੀ ਦਾ ਨਾਮ ਗਲਤ ਅਤੇ ਬਿਨਾਂ ਕਿਸੇ ਜਾਂਚ ਦੇ ਘੜੀਸਿਆ ਗਿਆ ਹੈ। ਯੂਨੀਵਰਸਿਟੀ ਮੁਤਾਬਿਕ ਜਿਹੜੀ ਜ਼ਮੀਨ ਦੀ ਗੱਲ ਹੋ ਰਹੀ ਹੈ ਇਸ ਜ਼ਮੀਨ ਤੇ ਐਲਪੀਯੂ ਦਾ ਕਦੇ ਵੀ ਕਬਜ਼ਾ ਨਹੀਂ ਸੀ। ਇਹ ਜ਼ਮੀਨ 1933 ਤੋਂ ਸਿੰਘ ਸਭਾ ਗੁਰਦੁਆਰਾ ਹਰਦਾਸਪੁਰ ਦੀ ਹੈ ਅਤੇ ਗੁਰਦੁਆਰਾ ਸਾਹਿਬ ਦਾ ਹੀ ਜ਼ਮੀਨ ਤੇ ਕਬਜ਼ਾ ਹੈ। ਯੂਨੀਵਰਸਿਟੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਬਹੁਤ ਅਜੀਬ ਹੈ ਕਿ ਜਦੋਂ ਪਿੰਡ ਦੀ ਪੰਚਾਇਤ ਖੁਦ ਬੀਡੀਪੀਓ ਨੂੰ ਮਈ 2022 ਦੇ ਵਿੱਚ ਚਿੱਠੀ ਰਾਹੀਂ ਸਾਫ਼ ਕਰ ਚੁੱਕੀ ਹੈ ਕਿ ਜ਼ਮੀਨ 1933 ਤੋਂ ਗੁਰਦੁਆਰਾ ਸਿੰਘ ਸਭਾ ਹਰਦਾਸਪੁਰ ਦੀ ਹੈ, ਗ੍ਰਾਮ ਪੰਚਾਇਤ ਨਾਲ ਵੀ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ, ਫਿਰ ਐਲਪੀਯੂ ਦਾ ਨਾਮ ਕਿਉਂ ਘੜੀਸਿਆ ਗਿਆ? ਇੱਥੇ ਇੱਕ ਹੋਰ ਬ੍ਰੇਕ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਜਾਣਾਂਗੇ ਪੰਜਾਬ ਸਰਕਾਰ ਨੇ ਹੁਣ ਤੱਕ ਕਿੰਨੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ ਨੇ। ਪੰਜਾਬ ਸਰਕਾਰ ਨੇ 1 ਮਈ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਰਿਪੋਰਟ ਦੇ ਵਿੱਚ ਜਾਣਦੇ ਹਾਂ ਮਾਨ ਸਰਕਾਰ ਨੇ ਹੁਣ ਤੱਕ ਕਿੰਨੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ ਨੇ। कब्जा हटाओ मुहिम तहत मान सरकार सूबे भर च लगातार कार्रवाई कर रही है। 29 जुलाई ਨੂੰ ਮੋਹਾਲੀ ਚ ਸੀਐਮ ਨੇ ਖੁਦ ਕਮਾਨ ਸੰਭਾਲ ਕੇ ਪਹਾੜਾਂ ਦੀ ਜੜ ਚ ਪੈਂਦੀ 2828 ਏਕੜ ਜ਼ਮੀਨ ਦਰਜਨਾ ਰਸੂਖਦਾਰਾਂ ਦੇ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਸੀ। 29 ਜੁਲਾਈ ਨੂੰ ਮੁੱਖ ਮੰਤਰੀ ਪਹਿਲੀ ਦਫਾ ਇਸ ਮੁਹਿੰਮ ਚ ਸਿੱਧੇ ਤੌਰ ਤੇ ਸ਼ਾਮਲ ਹੋਏ ਸਨ, ਜਿਨ੍ਹਾਂ ਬਲਾਕ ਮਾਜਰੀ ਦੇ ਪਿੰਡ ਛੋਟੀ ਬੜੀ ਨਗਲ ਪਹੁੰਚ ਕੇ ਮੁਹਿੰਮ ਦੀ ਅਗਵਾਈ ਕੀਤੀ ਸੀ। ਇਸ ਮੁਹਿੰਮ ਬਾਬਤ ਸੀਐਮ ਮਾਨ ਨੇ 30 जुलाई ਨੂੰ एबीपी नेटवर्क के शो शिखर सम्मेलन च भी गल की सी। एक गारंटी हमने दी नहीं थी, वो भी पूरी कर दी। अब तक हम 9053 एकड़ 9053 एकड़ ऑफ जमीन जिहड़ी लैंड जिहड़ी पंचायतां दी जां फॉरेस्ट ऑफिस दी सी, बड़े बड़े रसूखदार जां पोलीटिकल लोग जां उन्हां दे रिश्तेदार उहनूं दब के बैठे सी। क्योंकि जे दोनों सरकारां दे विच दोनों सरकारां अकाली दल की सरकार भी रही, कांग्रेस की भी रही, तो जमीन उस बंदे को रही, इसका मतलब उसकी दोनों सरकारां दे विच आटी गाटी है, उसकी सैटिंग है दोनों सरकारां च। कल ही मैं गया, तुसी दिखाया भी है, जदों असी प्रचार करते सी आ गारंटी तो विरोधी पार्टियां वाले कहते सी पैसे कित्थों आउणगे, पैसे कित्थों आउणगे, तां असी जवाब दिंदे सी पैसे इत्थों ही आउणगे, पैसे तुहाडे च ही पए ने, पैसे शिवालिक दी पहाड़ियां दी जड़ां चों लभणगे। कल मैं शिवालिक दी पहाड़ियां दी जड़ां च गया सी, उत्थे 2828 एकड़ जमीन छुड़वाई है। मतलब जे 10 तो 15 लाख की एवरेज पा लीए तो 400 करोड़ के नेड़े तेड़े तो वैल्यू है जमीन की। 250 एकड़ चो मैदानी है, 50 तो 60 करोड़ की खैर की लक्कड़ है उहदे च। ये खजाने जिहड़े पहाड़ां दी जड़ां च दबे पे ने, उन्हां दे तने जिहड़े ने वो सज्जे खब्बे नूं जांदे ने, असीं लभांगे। मुख मंत्री भगवंत मान ने आबादकारां नूं भी अपील की है कि वह पैसे दे के अपने नाम जमीन करवा सकते हैं। छोटे किसान या गरीब नूं तंग नहीं किया जाएगा। सभी बड़े लोगों से जुड़ी हुई या कब्जाई हुई जमीन आप ले रहे हैं या साधारण किसानों की भी, क्योंकि एक तरह से नाराजगी भी पाई जा रही है काफी। बिल्कुल असी ये पॉलिसी बनाई है, जिनको आबादकार बोलते हैं, जिन्होंने वो उस जमीन को आबाद किया, जब पहाड़ी थी या जंगल था, उसको पार्टीशन के समय आए उन्होंने आबाद कर लिया, उसी से उनका गुजारा चलता है। हम उनकी ज़मीन नहीं ले रहे। गरीब लोग जिनके घर हैं श्यामलाट की ज़मीन पर, हमको एक भी घर जो है वो मिटा नहीं रहे, एक भी घर जो है उजाड़ नहीं रहे। सिर्फ बड़े लोग 1100 एकड़, और कल जो मिली है उसमें सिमरजीत मान के बेटे के नाम पर 125 एकड़ है। सिमरनजीत सिंह मान की बेटी के हस्बैंड यानी कि धी जवाई बोलते हैं पंजाबी में, उसके नाम पे 28 एकड़ है। तो इतने बड़े बड़े नाम 200 एकड़ 500 एकड़ 800 एकड़ और ज़मीन पंचायत की उन्होंने अपने नाम कैसे कर ली? एक सेल हुई,
दूसरी सेल डीड हुई, तीसरी, चौथे समय ये बोल दीजिए मैंने तो इससे खरीदी थी, मैं क्या करूं। लेकिन सीएम तो साहब ये 9053 हमने छड़वा लिया अब तक। ਸੀਐਮ ਨੇ ਭਰੋਸਾ ਦਿੱਤਾ ਹੈ ਕਿ ਗਲਤ ਢੰਗ ਨਾਲ ਜ਼ਮੀਨਾਂ ਟ੍ਰਾਂਸਫਰ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਹੋਵੇਗੀ, ਚਾਹੇ ਮੰਤਰੀ ਹੋਣ ਚਾਹੇ ਅਫਸਰ, ਕਾਰਵਾਈ ਸਭ ਖਿਲਾਫ ਹੋਵੇਗੀ। सीएम साहब, लेकिन जिन लोगों ने ये जमीनें ट्रांसफर की हैं, चाहे वो मंत्री हैं चाहे वो ऑफिसर हैं, आप उनके खिलाफ कार्रवाई क्यों नहीं करते? सिर्फ लेने वाले के खिलाफ कार्रवाई क्यों? सरकारी जमीन कैसे दूसरे के नाम ट्रांसफर हो गई? आप ही ने तो कहा है अभी 4 महीने हुए हैं। 4 महीने बाद अगर 4 महीने में रसूखदार पकड़े जा रहे हैं तो बाकी बाद में पकड़े जाएंगे। ट्रांसफर करने वाले तो अभी पहले पकड़ने चाहिए। अभी तो कल जो पकड़े हैं उनका ये पता करना है कि कौन है ये। 2 नाम तो बड़े थे, पता चल गया। अभी और जो 100 150 एकड़ फौजा सिंह इंफ्रास्ट्रक्चर प्राइवेट लिमिटेड कंपनी है, 1100 एकड़ है उसकी। अब उस पहले पता करेंगे कौन है। वो किसी पॉलिटिशियन की है? पता नहीं कौन है ना, अभी तो इंक्वायरी का विषय है। हम किसी को नहीं छोड़ेंगे। पंजाब के लोगों का पैसा जिन्होंने लूटा, उस पैसे का हिसाब लेंगे और ब्याज सहित वो पैसा जाएगा खजाने में। खजाने से वो पैसा जाएगा मोहल्ला क्लिनिक के रूप में, स्कूल के रूप में, मेडिकल कॉलेजों के रूप में, मुफ्त बिजली के रूप में, इंफ्रास्ट्रक्चर के रूप में लोगों के पास फिर जाएगा। सीएम मान ने साबका मुख मंत्री कैप्टन अमरिंदर सिंह ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਜ਼ਮੀਨਾਂ ਦੀ ਜਾਂਚ ਦਾ ਵੀ ਦਾਅਵਾ ਕੀਤਾ ਸੀ। ਕਿਹਾ ਸੀ ਕਿ ਕਾਗਜ਼ੀ ਕਾਰਵਾਈ ਚੱਲ ਰਹੀ ਹੈ। वो कागजी कार्रवाई चल रही है, सब कुछ। कोई भी आएगा कानून के दायरे में तो कार्रवाई होगी सर। अभी तक कुछ ऐसा निकला तो नहीं है? हम कैप्टन अमरिंदर सिंह की बात कर रहे हैं ना? नहीं, दोनों की बात कर रहा हूँ, जिनके साथ दीवार साझी है वो भी। वो कौन है? सुखबीर सिंह बादल? हाँ जी। उनकी भी जमीनों की पड़ताल चल रही है? बिल्कुल। फॉरेस्ट की जमीन में बड़े बड़े उन्होंने प्रोजेक्ट लगाए हुए हैं और गवर्नमेंट से लगवाए हैं, PWD से लगवाए हैं। कैसे कैबिनेट में एक कैबिनेट बुलाई जाती है, उसमें ये पास करवा लिया जाता है कैबिनेट में प्रस्ताव कि यहां पर कंस्ट्रक्शन हो सकती है। जैसे आखिरी ईंट लगी उस कंस्ट्रक्शन की, उस होटल की, कैबिनेट बुलाई, प्रस्ताव लाया गया, अब यहां कंस्ट्रक्शन नहीं हो सकती। ये कैसा फैसला है? मिसयूज ऑफ पावर है ये। तो आप ये कह रहे हैं कि सुखबीर बादल हो चाहे कैप्टन अमरिंदर सिंह हो, इन्होंने खुद बेनिफिट लेने के लिए नियम कायदों को बदला और फिर जैसे नियम कायदे थे अपनी प्रॉपर्टीज बना के उसको फिर दोबारा उसी तरह से इंप्लीमेंट कर दिया। वाह, बिल्कुल बिल्कुल सेम बात कह रहा हूं मैं। इस बात की जांच हो रही है? इस बात की जांच हो रही है सर, मैं इसीलिए तो कह रहा हूं। और अपने जो दोस्त मित्र थे उनको भी अलाउ किया, तुम भी ले लो। वो पॉलिटिशियन है या सिविलियन है? सिविलियन भी है, पॉलिटिशियन भी है, तुम भी लूट लो। क्योंकि इनको ये लगता था ना, अगर हम लूटेंगे आगे कौन आएगा? कांग्रेसी आएंगे, वो भी तो अपने हैं। अकालियों को ये लगता था हम लूटेंगे आगे कौन आएगा? कांग्रेसी हैं, कांग्रेसी भी तो अपने ही हैं। इनको ये नहीं पता था ना कोई तीसरा आ जाएगा। पेंडू विकास के पंचायत मंत्री कुलदीप धालीवाल मुताबिक सरकार ने 29 जुलाई 2022 तक 9053 एकड़ जमीन छुड़वाई है। मैनू बड़ी खुशी है कि जेड़ी मुहिम ਆਪਾਂ 1 ਮਈ ਤੋਂ ਸ਼ੁਰੂ ਕੀਤੀ ਸੀਗੀ, ਇਸੇ ਏਰੀਏ ਤੋਂ ਸ਼ੁਰੂ ਕੀਤੀ ਮਾਨ ਸਾਹਿਬ ਦੀ ਆਸ਼ੀਰਵਾਦ ਦੇ ਨਾਲ, ਸਾਡੇ ਮੁੱਖ ਮੰਤਰੀ ਜੀ ਦੀ ਆਸ਼ੀਰਵਾਦ ਦੇ ਨਾਲ ਉਹ ਸ਼ੁਰੂ ਕੀਤੀ। ਔਰ ਮਾਨ ਸਾਹਿਬ ਨੇ ਕਿਹਾ ਹੈਗਾ ਕਿ ਧਾਲੀਵਾਲ ਸਾਹਿਬ ਸਭ ਜ਼ਮੀਨਾਂ ਛਡਾਓ ਪੰਜਾਬ 'ਚ ਜਿੱਥੇ ਜਿੱਥੇ ਵੀ ਆ ਗਈਆਂ। ਸੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਜ਼ਮੀਨ 2828 ਏਕੜ ਆਪਾਂ ਛਡਾਈ ਹੈ। ਅੱਜ ਤੱਕ ਜਿਹੜਾ ਸਾਡੀ 9053 ਏਕੜ ਟੋਟਲ ਜ਼ਮੀਨ ਹੋ ਜੂਗੀ ਜਿਹੜੀ ਅਸੀਂ ਛਡਾ ਕੇ ਆਪਣੇ ਮਹਿਕਮੇ ਨੂੰ ਤੇ ਸਰਕਾਰ ਨੂੰ ਜਿਹੜੀ ਦਿੱਤੀ ਹੈ। ਔਰ ਇਹ ਸਾਡੀ ਮੁਹਿੰਮ ਜਿਹੜੀ ਇਹ ਇਦਾਂ ਹੀ ਜਾਰੀ ਰਹੂਗੀ। ਮਾਨ ਸਾਹਿਬ ਦੀ ਆਸ਼ੀਰਵਾਦ ਆ, ਇਦਾਂ ਹੀ ਕੰਮ ਚੱਲਦਾ ਰਹੂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਦੀ ਵੀ ਨਾ ਸਾਡੇ ਮਹਿਕਮੇ ਦੇ ਕੇ ਅਫਸਰ ਨੂੰ ਨਾ ਮੈਨੂੰ ਕਦੀ ਕਾਲ ਕਰਕੇ ਨਹੀਂ ਕਿਹਾ ਕਿ ਧਾਲੀਆ ਸਾਹਿਬ ਇੱਥੇ ਨਾ ਜਾਇਓ, ਇੱਥੇ ਨਾ ਜਾਇਓ। ਬਸ ਇਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਧਾਲੀਆ ਸਾਹਿਬ ਕਿਸੇ ਗਰੀਬ ਦਾ ਘਰ ਨਹੀਂ ਢਾਉਣਾ, ਕਿ ਗਰੀਬ ਕਿਸਾਨ ਦਾ 1 ਏਕੜ ਵਾਲੇ ਦਾ 2 ਏਕੜ ਵਾਲੇ ਦਾ ਉਹਨੂੰ ਤੰਗ ਨਹੀਂ ਕਰਨਾ ਜਿਨ੍ਹਾਂ ਨੇ ਆਬਾਦ ਕਰਕੇ ਜ਼ਮੀਨ ਜਿਹੜੀ ਦੱਬੀ ਹੈ। ਅਸੀਂ ਕਿਸੇ ਨੂੰ ਤੰਗ ਨਹੀਂ ਕੀਤਾ। ਸੋ ਅੱਜ ਅਸੀਂ 9053 ਏਕੜ ਜ਼ਮੀਨ ਅੱਜ ਦੀ ਡੇਟ ਸਾਡੀ ਪੂਰੀ ਹੋ ਗਈ। ਔਰ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਹੈ। ਜਿੱਦਣ ਉੱਥੇ ਗਏ ਸੀ ਪਹਿਲੇ ਦਿਨ, ਉਦੋਂ ਇਹਨਾਂ ਕੋਲ ਘਰੋਂ ਆਸ਼ੀਰਵਾਦ ਲੈ ਕੇ ਗਏ ਸੀਗੇ। ਅੱਜ ਇੱਥੇ ਇਹਨਾਂ ਨੂੰ ਨਾਲ ਲੈ ਕੇ ਆਇਆ। ਮੈਂ ਕਿਹਾ ਮਾਨ ਸਾਹਿਬ ਆਓ ਵੇਖੋ, ਤੁਹਾਡੀ ਟੀਮ ਨੇ, ਤੁਹਾਡੇ ਅਫਸਰਾਂ ਨੇ ਇੱਕ ਵੱਡੀ ਪ੍ਰਾਪਤੀ ਕੀਤੀ, ਤੁਸੀਂ ਖੁਦ ਉੱਥੇ ਚੱਲ ਕੇ ਆਓ। ਸੋ ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਆਪ ਅੱਜ
ਇੱਥੇ ਆਏ ਆ ਔਰ ਇਹਨਾਂ ਦੇ ਆਉਣ ਨਾਲ ਇਹ ਮੁਹਿੰਮ ਜਿਹੜੀ ਹੋਰ ਤੇਜ਼ ਹੋਊਗੀ। ਪੰਜਾਬ ਸਰਕਾਰ ਵੱਲੋਂ 1 ਮਈ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸੇ ਮੁਹਿੰਮ ਦੇ ਤਹਿਤ ਸੂਬੇ 'ਚੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਨੇ। ਹੁਣ ਇੱਕ ਹੋਰ ਬ੍ਰੇਕ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਨਜਾਇਜ਼ ਕਬਜ਼ਿਆਂ ਦੇ ਖਿਲਾਫ ਸਰਕਾਰ ਦੀ ਸਮੁੱਚੀ ਯੋਜਨਾ ਦੇ ਬਾਰੇ ਜਾਣਾਂਗੇ। ਹੁਣ ਜਾਣਦੇ ਹਾਂ ਛੁਡਵਾਈ ਗਈ ਜ਼ਮੀਨ ਦੀ ਸਰਕਾਰ ਵਰਤੋਂ ਕਿਵੇਂ ਅਤੇ ਕਿੱਥੇ ਕਰੇਗੀ। ਅਦਾਲਤਾਂ ਵਿੱਚ ਚੱਲ ਰਹੀ ਮਾਮਲਿਆਂ ਤੇ ਸਰਕਾਰ ਕੀ ਕਰ ਰਹੀ ਹੈ, ਉਸਾਰੀ ਹੋ ਚੁੱਕੀਆਂ ਥਾਵਾਂ ਤੇ ਸਰਕਾਰ ਦੀ ਕੀ ਯੋਜਨਾ ਹੈ। ਪੰਜਾਬ ਸਰਕਾਰ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਸਖਤ ਹੈ। ਸਰਕਾਰ ਲਗਾਤਾਰ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾ ਰਹੀ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਇਹਨਾਂ ਜ਼ਮੀਨਾਂ ਦੀ ਵਰਤੋਂ ਸਰਕਾਰ ਕਿਵੇਂ ਤੇ ਕਿੱਥੇ ਕਰੇਗੀ, ਸਰਕਾਰ ਦੀ ਕੀ ਯੋਜਨਾ ਹੈ। ਉਸ ਦਾ ਜਵਾਬ ਵੀ ਪੰਚਾਇਤ ਮੰਤਰੀ ਨੇ ਦੇ ਦਿੱਤਾ ਸੀ। ਇੱਕ ਵੱਡਾ ਸਵਾਲ ਇਹ ਵੀ ਹੈ ਕਿ ਇਹਨਾਂ ਜ਼ਮੀਨਾਂ ਤੇ ਮੁੜ ਕਬਜ਼ਾ ਵੀ ਹੋ ਸਕਦਾ ਹੈ। ਨਹੀਂ, ਵਾਪਸ ਨਹੀਂ ਜਾਊਗੀ। ਜਿਹੜੀ ਜ਼ਮੀਨ ਅਸੀਂ ਵਾਪਸ ਲੈ ਰਹੇ, ਜਿਹੜੀ ਖੇਤੀ ਵਾਲੀ ਉਹੀ ਦੁਬਾਰਾ ਫਿਰ ਖੇਤੀ ਲਈ ਉਹਦੀ ਆਪਸ਼ਨ ਕਰਾਂਗੇ, ਬੋਲੀ ਠੇਕੇ ਤੇ ਦੇਵਾਂਗੇ। ਔਰ ਜਿਹੜੇ ਕਮਰਸ਼ੀਅਲ ਪਲਾਟ ਨੇ ਬਹੁਤ ਸਾਰੇ ਥਾਵਾਂ ਤੇ, ਲੁਧਿਆਣੇ ਸ਼ਹਿਰ ਦੇ ਵਿੱਚ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਸਾਡੀ ਕਮਰਸ਼ੀਅਲ ਜ਼ਮੀਨ ਹੈ, ਉਹਨੂੰ ਅਸੀਂ ਕਮਰਸ਼ੀਅਲ ਲਈ ਮਤਲਬ ਯੂਜ਼ ਕਰਾਂਗੇ, ਇੰਡਸਟਰੀ ਲਾਉਣ ਲਈ ਯੂਜ਼ ਕਰਾਂਗੇ। ਸਰਕਾਰ ਯੂਜ਼ ਕਰੂਗੀ। ਮਾਨ ਸਾਹਿਬ ਦੀ ਸਰਕਾਰ ਉਹਨੂੰ ਸਹੀ ਢੰਗ ਨਾਲ ਜਿਹੜਾ ਉਹਦੀ ਬੋਲੀ ਕਰਕੇ ਉੱਥੇ ਇੰਡਸਟਰੀ ਜਿਹੜੀ ਹੈ। ਨਜਾਇਜ਼ ਕਬਜ਼ੇ ਛੁਡਾਉਣਾ ਕਿੰਨਾ ਆਸਾਨ ਹੈ, ਲੋਕਾਂ ਦਾ ਕਿੰਨਾ ਸਾਥ ਮਿਲ ਰਿਹਾ ਹੈ ਅਤੇ ਕਿੰਨਾ ਕੁ ਵਿਰੋਧ ਹੁੰਦਾ ਹੈ। ਅਜਿਹੇ 'ਚ ਪੰਚਾਇਤ ਮੰਤਰੀ ਦਾ ਦਾਅਵਾ ਹੈ ਕਿ ਲੋਕ ਖੁਦ ਫੋਨ ਕਰਕੇ ਨਜਾਇਜ਼ ਕਬਜ਼ੇ ਬਾਰੇ ਜਾਣਕਾਰੀ ਦੇ ਰਹੇ ਨੇ। ਇੱਕ ਦੋ ਵਿਅਕਤੀ ਹੈ, ਕੋਈ ਬਹੁਤ ਵੱਡਾ ਨਹੀਂ ਹੈ। ਤੁਸੀਂ ਨੋਟ ਕਰੋ, ਪਿੰਡਾਂ ਦੇ ਅੰਦਰ ਜਿਹੜਾ ਜ਼ਮੀਨਾਂ ਦੇ ਉੱਤੇ ਕਬਜ਼ਾ, ਉਹ ਕਿਤੇ ਸਾਰੇ ਪਿੰਡ ਦੇ ਨਹੀਂ ਕੀਤਾ ਹੁੰਦਾ। ਇੱਕ ਦੋ ਬੰਦੇ ਹੁੰਦੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਕਬਜ਼ਾ ਕੀਤਾ ਹੁੰਦਾ। ਬਾਕੀ ਦੇ ਲੋਕਾਂ ਦਾ ਵਿਚਾਰਿਆਂ ਦਾ ਇੰਨਾ ਇੰਟਰਸਟ ਨਹੀਂ ਹੁੰਦਾ। ਉਹ ਸਗੋਂ ਚਾਹੁੰਦੇ ਆ ਕਿ ਜਿਆਦਾ ਜ਼ਮੀਨ ਛੁੱਟੇ, ਸਾਡੇ ਪਿੰਡ ਦੀ ਆਮਦਨ ਵਧੇ, ਪੰਚਾਇਤ ਨੂੰ ਪੈਸੇ ਆਉਣ। ਔਰ ਬੜੇ ਲੋਕ ਖੁਸ਼ ਆ। ਸਾਨੂੰ ਤਾਂ ਜੀ ਮੇਰਾ 1 ਮਿੰਟ ਫੋਨ ਬੰਦ ਨਹੀਂ ਹੁੰਦਾ। ਫਾਜ਼ਿਲਕਾ, ਬੋਰ, ਜੀਰਾ, ਪਤਾ ਨਹੀਂ ਕਿੱਥੋਂ ਕਿੱਥੋਂ ਕਾਲ ਆਈ ਜਾਂਦੀਆਂ। ਸਾਡੀ 40 ਸਹਿਜੇ ਇੱਥੇ ਲੋਕਾਂ ਨੂੰ ਬੇਨਤੀ ਵੀ ਕਰਾਂਗੇ, ਹੱਥ ਵੀ ਜੋੜਾਂਗੇ। ਘਰੀ ਜਾਣਾ ਪਿਆ ਘਰੀ ਵੀ ਜਾਵਾਂਗੇ, ਨਹੀਂ ਮੰਨਣਗੇ ਫਿਰ ਕਾਨੂੰਨੀ ਕਾਰਵਾਈ। ਇੱਕ ਸਵਾਲ ਇਹ ਵੀ ਹੈ ਕਿ ਪੰਚਾਇਤੀ ਜਾਂ ਫਿਰ ਸਰਕਾਰੀ ਜ਼ਮੀਨਾਂ ਦੇ ਮਾਮਲੇ ਅਦਾਲਤਾਂ 'ਚ ਨੇ, ਉੱਥੇ ਸਰਕਾਰ ਕੀ ਕਦਮ ਚੁੱਕ ਰਹੀ ਹੈ, ਅਜਿਹੇ ਮਾਮਲਿਆਂ 'ਚ ਕਿਵੇਂ ਅੱਗੇ ਵਧਿਆ ਜਾ ਰਿਹਾ ਹੈ। ਇਸ ਦਾ ਜਵਾਬ ਵੀ ਪੰਚਾਇਤ ਮੰਤਰੀ ਨੇ ਦਿੱਤਾ ਹੈ। ਜਿਹੜੇ ਮਾਮਲੇ ਸਾਡੇ ਹਾਈ ਕੋਰਟ ਦੇ ਵਿੱਚ ਨੇ, ਕਈ ਮਾਮਲੇ ਸੁਪਰੀਮ ਕੋਰਟ ਦੇ ਵਿੱਚ ਵੀ ਨੇ। ਅਸੀਂ ਮਾਨ ਸਾਹਿਬ ਨੂੰ ਬੇਨਤੀ ਕੀਤੀ ਹੈ, ਆਪਣੇ ਐਡਵੋਕੇਟ ਜਨਰਲ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਇੱਕ ਚੰਗੇ ਵਕੀਲਾਂ ਦਾ ਪੈਨਲ ਦਿੱਤਾ ਜਾਵੇ। ਉਹਦੀ ਅਸੀਂ ਕਾਨੂੰਨੀ ਲੜਾਈ ਲੜਾਂਗੇ, ਅਦਾਲਤਾਂ ਜਾਵਾਂਗੇ। ਅਜਿਹਾ ਨਹੀਂ ਕਿ ਪੰਚਾਇਤੀ ਜਾਂ ਸਰਕਾਰੀ ਜ਼ਮੀਨਾਂ ਪੱਧਰੀਆਂ ਪਈਆਂ ਹੋਣ। ਪੰਜਾਬ 'ਚ ਅਜਿਹੀਆਂ ਵੀ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਨੇ ਜਿਨ੍ਹਾਂ ਤੇ ਉਸਾਰੀ ਹੋ ਚੁੱਕੀ ਹੈ। ਅਜਿਹੇ 'ਚ ਉੱਥੇ ਸਰਕਾਰ ਦੀ ਯੋਜਨਾ ਕੀ ਰਹਿਣ ਵਾਲੀ ਹੈ, ਇਹ ਵੀ ਉਹਨਾਂ ਸਾਫ਼ ਕੀਤਾ ਹੈ। ਜਦੋਂ ਤੁਸੀਂ ਸਰਕਾਰਾਂ ਹੁੰਦੀਆਂ, ਸਟੇਟ ਪਾਵਰ ਹੁੰਦੀ ਹੈ। ਹਾਈਵੇ ਬੰਦੇ ਵੇਖੇ ਤੁਸੀਂ, ਜਿੱਦਾਂ ਦੀ ਹਾਈਵੇ ਲੰਘਦਾ, ਜਿਹੜੀ ਚੀਜ਼ ਰਸਤੇ 'ਚ ਹੁੰਦੀ ਅਗਲੇ ਢਾਹ ਕੇ ਪਤਾ ਮਾਰਦੇ। ਅਸੀਂ ਕਿਸੇ ਦਾ ਘਰ ਬਣਿਆ, ਕਿਸੇ ਦਾ ਮਕਾਨ ਬਣਿਆ, ਕੁਝ ਵੀ ਬਣਿਆ, ਪਹਿਲਾਂ ਉਹਨੂੰ ਬੇਨਤੀ ਕਰਾਂਗੇ ਬਈ ਜਾਂ ਛੱਡ ਦੇ, ਜਾਂ ਇਹਦੀ ਕੀਮਤ ਦੇ ਦੇ, ਜਾਂ ਫਿਰ ਤਿਆਰ ਹੋ ਜਾ ਬਲਡੋਜ਼ਰ ਆਉਣਾ। ਸਿੱਧਾ ਜਵਾਬ। ਇਹ ਸਰਕਾਰ ਦੀ ਸਮੁੱਚੀ ਯੋਜਨਾ ਹੈ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਤੇ ਮਾਨ ਸਰਕਾਰ ਲੋਕਾਂ ਦੀ ਵਾਹ-ਵਾਹ ਬਟੋਰ ਰਹੇ ਨੇ। ਸਭ ਤੋਂ ਵੱਧ ਚਰਚਾ 'ਚ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ। ਫਿਲਹਾਲ ਦੇ ਲਈ ਇਹਨਾਂ ਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।